प्यारे विद्यार्थियों सत श्री अकाल। मैं मनजीत लाजमी पंजाबी ਸ਼੍ਰੇਣੀ 11ਵੀਂ ਲੈ ਕੇ ਹਾਜ਼ਰ ਹਾਂ। ਤੇ ਬੇਟਾ ਅਸੀਂ ਪਹਿਲਾਂ ਕੀਤੀਆਂ ਸੀ ਪਰੀ ਕਥਾਵਾਂ ਦੇ ਵਿੱਚ ਅਸੀਂ ਸਬਜ਼ ਪਰੀ ਕੀਤੀ ਸੀ ਤੇ ਅੱਜ ਵੀ ਅਸੀਂ ਪਰੀ ਕਥਾ ਹੀ ਕਰਨੀ ਹੈ। ਪਰੀ ਕਥਾ ਦੇ ਵਿੱਚ ਜਿਹੜੇ ਹੈ ਪਾਤਰ ਹੁੰਦੇ ਨੇ ਉਹ ਪਰੀਆਂ ਜਾਂ ਸ਼ਹਿਜ਼ਾਦੇ ਹੀ ਹੁੰਦੇ ਨੇ ਤੇ ਇਹਨਾਂ ਕਹਾਣੀਆਂ ਵਿੱਚ ਇਹਦੇ ਵਿੱਚ ਨਾ ਇੱਕ ਕਲਪਨਾ ਜਗਤ ਉਸਾਰਿਆ ਹੁੰਦਾ ਹੈ। ਜੋ ਗੱਲ ਸਾਡੇ ਜੀਵਨ ਵਿੱਚ ਅਸੰਭਵ ਜਾਪਦੀ ਹੈ ਪਰ ਪਰੀ ਕਹਾਣੀਆਂ ਵਿੱਚ ਉਹ ਸੰਭਵ ਹੋ ਜਾਂਦੀ ਹੈ। ਤੇ ਕਹਾਣੀ ਰਸ ਇਹਨਾਂ ਵਿੱਚ ਲੋੜੇ ਦਾ ਹੁੰਦਾ ਹੈ। ਸ਼ਾਇਦ ਤਦੇ ਹੀ ਮਨੋਰੰਜਨ ਇਹਨਾਂ ਦਾ ਮੁੱਖ ਉਦੇਸ਼ ਹੁੰਦਾ ਹੈ। ਪਰੀ ਕਹਾਣੀਆਂ ਵਿੱਚ ਪਾਤਰ ਕਿਸੇ ਤਲਾਸ਼ ਵਿੱਚ ਤੁਰਦੇ ਹਨ, ਮੁਸ਼ਕਲਾਂ ਝੱਲਦੇ ਹਨ, ਫਿਰ ਅਜਿਹੇ ਸੰਯੋਗ ਅਤੇ ਮੌਕਾ ਮੇਲ ਹੁੰਦੇ ਹਨ ਕਿ ਅੰਸ਼ੇ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਇਸੇ ਤਰ੍ਹਾਂ ਦੀ ਪਰੀ ਜਿਹੜੀ ਕਥਾ ਆ ਅੱਜ ਅਸੀਂ ਕਰਾਂਗੇ, ਜਿਸ ਦਾ ਨਾਂ ਹੈ ਨੀਲ ਕਮਲ। ਨੀਲ ਕਮਲ ਵੀ ਇੱਕ ਪਰੀ ਕਥਾ ਹੈ, ਭਾਵੇਂ ਇਹਦੇ ਵਿੱਚ ਪਰੀ ਨਹੀਂ ਹੈ ਪਰ ਇਸ ਵਿੱਚ ਜੋ ਤੁਹਾਨੂੰ ਦੱਸਿਆ ਹੈ ਕਿ ਅਸੰਭਵ ਕਾਰਜ ਦੱਸੇ ਨੇ, ਇੱਕ ਤਰ੍ਹਾਂ ਦੀ ਤਲਾਸ਼ ਦੱਸੀ ਹੈ, ਇੱਕ ਤਰ੍ਹਾਂ ਦਾ ਸੰਘਰਸ਼ ਦੱਸਿਆ ਹੈ। ਅਤੇ ਇਸ ਨੀਲ ਕਮਲ ਕਹਾਣੀ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਸੰਘਰਸ਼ ਹੈ। ਅਤੇ ਆਪਾਂ ਅੱਜ ਕਰਾਂਗੇ ਨੀਲ ਕਮਲ। ਨੀਲ ਕਮਲ ਦੇ ਵਿੱਚ ਕਿਆ ਹੁੰਦਾ ਹੈ ਕਿ ਇੱਕ ਸ਼ਹਿਰ ਦੇ ਵਿੱਚ ਇੱਕ ਸੌਦਾਗਰ ਅਤੇ ਉਸਦੀ ਪਤਨੀ ਰਹਿੰਦੇ ਹਨ। ਦੋਹਾਂ ਦਾ ਆਪਸ ਵਿੱਚ ਬਹੁਤ ਜ਼ਿਆਦਾ ਪਿਆਰ ਹੈ। ਇੱਕ ਵਾਰੀ ਜਦੋਂ ਸੌਦਾਗਰ ਵਪਾਰ ਕਰਨ ਲਈ ਚੱਲਿਆ ਤਾਂ ਉਸਦੀ ਪਤਨੀ ਨੇ ਕਿਹਾ ਕਿ ਤੁਸੀਂ ਜਦੋਂ ਬਾਹਰ ਹੋਵੋਗੇ ਤਾਂ ਮੈਨੂੰ ਤੁਹਾਡੇ ਬਾਰੇ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਠੀਕ ਠਾਕ ਹੋ ਜਾਂ ਨਹੀਂ। ਸੌਦਾਗਰ ਨੇ ਆਪਣੀ ਪਤਨੀ ਨੂੰ ਇੱਕ ਛੁਰੀ ਦਿੰਦੇ ਹੋਏ ਕਿਹਾ ਕਿ ਜਿੰਨਾ ਚਿਰ ਇਹ ਛੁਰੀ ਇੰਜ ਚਮਕਦੀ ਰਹੇਗੀ ਤਾਂ ਸਮਝ ਲੈਣਾ ਕਿ ਮੈਂ ਠੀਕ ਠਾਕ ਹਾਂ। ਜੇ ਛੁਰੀ ਦਾ ਰੰਗ ਕਾਲਾ ਪੈ ਜਾਵੇ ਤਾਂ ਸਮਝ ਲੈਣਾ ਕਿ ਮੈਂ ਬਿਮਾਰ ਹਾਂ। ਜੇ ਇਸ ਛੁਰੀ ਉੱਤੇ ਲਹੂ ਦੀਆਂ ਬੂੰਦਾਂ ਸਿਮ ਜਾਵਣ ਤਾਂ ਸਮਝ ਲੈਣਾ ਕਿ ਮੈਂ ਮਰ ਗਿਆ ਹਾਂ। ਫਿਰ ਸੌਦਾਗਰ ਆਪਣੀ ਪਤਨੀ ਨੂੰ ਕਹਿਣ ਲੱਗਾ, ਤੁਸੀਂ ਪਿੱਛੋਂ ਇਕੱਲੇ ਹੋਵੋਗੇ, ਤੁਹਾਡੀ ਸੁੱਖ ਸਾਂਦ ਬਾਰੇ ਮੈਨੂੰ ਕਿਵੇਂ ਪਤਾ ਲੱਗੇਗਾ। ਤਦ ਪਤਨੀ ਉਸੇ ਵੇਲੇ ਤਲਾਅ ਦੇ ਗਈ ਅਤੇ ਨੀਲੇ ਰੰਗ ਦਾ ਇੱਕ ਕਮਲ ਦਾ ਫੁੱਲ ਲੈ ਆਈ ਅਤੇ ਉਸਨੇ ਕਮਲ ਦੇ ਫੁੱਲ ਨੂੰ ਇੱਕ ਕੁੱਜੇ ਦੇ ਵਿੱਚ ਪਾ ਕੇ ਸੌਦਾਗਰ ਨੂੰ ਦੇ ਦਿੱਤਾ ਅਤੇ ਕਿਹਾ ਕਿ ਜਦੋਂ ਤੱਕ ਇਹ ਨੀਲ ਕਮਲ ਖਿੜਿਆ ਰਿਹਾ ਉਦੋਂ ਤੱਕ ਤੁਸੀਂ ਸਮਝਣਾ ਕਿ ਮੈਂ ਠੀਕ ਠਾਕ ਹਾਂ। ਜੇ ਇਹ ਮੁਰਝਾ ਗਿਆ ਤਾਂ ਸਮਝ ਲੈਣਾ ਕਿ ਮੈਂ ਮੁਸੀਬਤ ਵਿੱਚ ਹਾਂ। ਸੌਦਾਗਰ ਬਹੁਤ ਸਾਰੇ ਹੀਰੇ ਮੋਤੀ ਅਤੇ ਮਾਲ ਲੈ ਕੇ ਵਪਾਰ ਲਈ ਦੂਜੇ ਦੇਸ਼ ਚਲਾ ਗਿਆ। ਉਸਨੇ ਉੱਥੇ ਦੇ ਰਾਜੇ ਨੂੰ ਹੀਰੇ ਮੋਤੀ ਵੇਚੇ। ਜਦੋਂ ਰਾਜਾ ਹੀਰੇ ਮੋਤੀ ਵੇਖ ਰਿਹਾ ਸੀ ਤਾਂ ਉਸਦੀ ਨਜ਼ਰ ਨੀਲ ਕਮਲ ਦੇ ਫੁੱਲ ਉੱਤੇ ਪਈ। ਉਹ ਫੁੱਲ ਬੜਾ ਖੂਬਸੂਰਤ ਸੀ ਅਤੇ ਤਾਜ਼ਾ ਸੀ। ਰਾਜਾ ਹੈਰਾਨ ਰਹਿ ਗਿਆ ਕਿ ਬਿਨਾਂ ਪਾਣੀ ਤੋਂ ਕੁੱਜੇ ਦੇ ਵਿੱਚ ਫੁੱਲ ਇੰਨਾ ਤਾਜ਼ਾ ਕਿਵੇਂ ਰਹਿ ਸਕਦਾ ਹੈ। ਉਸਨੇ ਸੌਦਾਗਰ ਨੂੰ ਇਸ ਬਾਰੇ ਪੁੱਛਿਆ ਤਾਂ ਸੌਦਾਗਰ ਨੇ ਨੀਲ ਕਮਲ ਦੀ ਖਾਸੀਅਤ ਅਤੇ ਆਪਣੀ ਪਤਨੀ ਦੀ ਸੂਝ ਤੇ ਪਰਸਪਰ ਪ੍ਰੇਮ ਬਾਰੇ ਦੱਸ ਦਿੱਤਾ। ਰਾਜੇ ਨੇ ਸੋਚਿਆ ਕਿ ਸੌਦਾਗਰ ਦੀ ਪਤਨੀ ਬੜੀ ਸੁੰਦਰ ਅਤੇ ਗੁਣਵਾਨ ਇਸਤਰੀ ਹੋਵੇਗੀ, ਜਿਸ ਦੀ ਸ਼ਕਤੀ ਸਦਕਾ ਜਿਹੜਾ ਹੈ ਕਮਲ ਦੀ ਸੁੰਦਰਤਾ ਅਤੇ ਤਾਜ਼ਗੀ ਲਗਾਤਾਰ ਕਾਇਮ ਹੈ। ਰਾਜੇ ਦੇ ਮਨ ਵਿੱਚ ਸੌਦਾਗਰ ਦੀ ਪਤਨੀ ਨੂੰ ਮਿਲ ਕੇ ਵੇਖਣ ਦੀ ਇੱਛਾ ਜਾਗ ਪਈ ਅਤੇ ਉਸਨੇ ਆਪਣੇ ਮਨ ਦੀ ਜਿਹੜੀ ਇੱਛਾ ਸੀਗੀ ਉਹ ਆਪਣੇ ਵਜ਼ੀਰ ਨੂੰ ਦੱਸੀ। ਵਜ਼ੀਰ ਰਾਜੇ ਦੀ ਇੱਛਾ ਪੂਰੀ ਕਰਨ ਲਈ ਕੋਈ ਉਪਾਅ ਸੋਚਣ ਲੱਗਿਆ। ਅਖੀਰ ਸੋਚ ਕੇ ਉਸਨੇ ਚਾਲਾਂ ਚੱਲੀਆਂ। ਇੱਕ ਤਾਂ ਉਸਨੇ ਸੌਦਾਗਰ ਨੂੰ ਹੋਰ 6 ਮਹੀਨੇ ਆਪਣੇ ਕੋਲ ਰੱਖ ਲਿਆ ਅਤੇ ਦੂਜਾ ਉਸਨੇ 2 ਫੱਫੇ ਕੁੱਟਣੀਆਂ ਮੰਗਵਾਈਆਂ ਅਤੇ ਉਹਨਾਂ ਫੱਫੇ ਕੁੱਟਣੀਆਂ ਨੂੰ ਸੌਦਾਗਰ ਦੀ ਪਤਨੀ ਦੇ ਕੋਲ ਭੇਜਣ ਦਾ ਇੰਤਜ਼ਾਮ ਕੀਤਾ ਅਤੇ ਉਹ ਜਿਹੜੀਆਂ ਫੱਫੇ ਕੁੱਟਣੀਆਂ ਸੀਗੀਆਂ ਉਹ ਸੌਦਾਗਰ ਦੀ ਪਤਨੀ ਦੇ ਕੋਲ ਚਲੇ ਗਈਆਂ। ਉਹਨਾਂ ਨੇ ਯੋਜਨਾ ਬਣਾਈ ਸੀਗੀ ਉਹਦੇ ਮੁਤਾਬਿਕ ਉਹ ਉੱਥੇ ਪਹੁੰਚ ਗਈਆਂ ਅਤੇ ਸੌਦਾਗਰ ਦੇ ਘਰ ਪਹੁੰਚ ਕੇ ਇੱਕ ਫੱਫੇ ਕੁੱਟਣੀ ਉਸਦੀ ਪਤਨੀ ਨੂੰ ਕਹਿਣ ਲੱਗੀ, ਧੀਏ ਮੈਂ ਤੇਰੀ ਨਾਨੀ ਦੀ ਭੈਣ ਹਾਂ, ਇਸ ਕਰਕੇ ਮੈਂ ਵੀ ਤੇਰੀ ਨਾਨੀ ਹੀ ਹੋਈ ਅਤੇ ਇਹ ਮੇਰੀ ਗੁਆਂਢਣ ਹੈ। ਉਸਨੇ ਦੂਜੀ ਫੱਫੇ ਕੁੱਟਣੀ ਨੂੰ ਵੱਲ ਇਸ਼ਾਰਾ ਕੀਤਾ। ਸੌਦਾਗਰ ਦੀ ਪਤਨੀ ਬੜੀ ਸਿਆਣੀ ਸੀ। ਉਸਨੇ ਕਿਹਾ, ਮੈਂ ਤਾਂ ਤੁਹਾਨੂੰ ਕਦੇ ਵੇਖਿਆ ਹੀ ਨਹੀਂ। ਫੱਫੇ ਕੁੱਟਣੀ ਬੋਲੀ, ਧੀਏ ਤੂੰ ਉਦੋਂ ਬਹੁਤ ਛੋਟੀ ਸੀ ਅਤੇ ਅਸੀਂ ਉਦੋਂ ਤੀਰਥਾਂ 'ਤੇ ਚਲੀਆਂ ਗਈਆਂ ਸੀ, ਪਰ ਤੁਸੀਂ ਮੈਨੂੰ ਇੰਨੀ ਛੇਤੀ ਕਿਵੇਂ ਪਹਿਚਾਣ ਲਿਆ। ਸੌਦਾਗਰ ਦੀ ਪਤਨੀ ਨੇ ਪੁੱਛਿਆ ਅਤੇ ਇੱਕ ਫੱਫੇ ਕੁੱਟਣੀ ਨੇ ਬਿਨਾਂ ਸੋਚੇ ਸਮਝੇ ਕਿਹਾ ਕਿ ਤੇਰੀ ਠੋਡੀ ਦੇ ਤਿਲ ਤੋਂ। ਸੌਦਾਗਰ ਦੀ ਪਤਨੀ ਨੂੰ ਯਕੀਨ ਹੋ ਗਿਆ ਕਿ ਇਹ ਔਰਤਾਂ ਝੂਠੀਆਂ ਹਨ, ਕਿਉਂਕਿ ਠੋਡੀ ਵਾਲਾ ਤਿਲ ਤਾਂ ਉਸਨੇ ਥੋੜ੍ਹੀ ਦੇਰ ਪਹਿਲਾਂ ਹੀ ਸੁਰਮੇ ਨਾਲ ਬਣਾਇਆ ਸੀ। ਉਹ ਫੱਫੇ ਕੁੱਟਣੀਆਂ ਨੂੰ ਕਹਿਣ ਲੱਗੀ, ਬੜੀ ਮਿਹਰਬਾਨੀ, ਤੁਸੀਂ ਦਰਸ਼ਨ ਦਿੱਤੇ, ਤੁਸੀਂ ਬੈਠੋ, ਮੈਂ ਤੁਹਾਨੂੰ ਸਰੋਂ ਦੇ ਸਾਗ ਦੇ ਨਾਲ ਰੋਟੀ ਖਵਾਵਾਂਗੀ। ਉਸਨੇ ਸਾਗ ਦੇ ਵਿੱਚ ਭੰਗ ਮਿਲਾ ਦਿੱਤੀ। ਜਦੋਂ ਫੱਫੇ ਕੁੱਟਣੀਆਂ ਰੋਟੀ ਖਾ ਰਹੀਆਂ ਸਨ ਤਾਂ ਉਹਨਾਂ ਨੂੰ ਭੰਗ ਦਾ ਨਸ਼ਾ ਚੜ੍ਹਨਾ ਸ਼ੁਰੂ ਹੋ ਗਿਆ। ਉਹ ਉੱਚੀ ਉੱਚੀ ਗੱਲਾਂ ਕਰਨ ਲੱਗ ਪਈਆਂ, ਅਸੀਂ ਹੁਣ ਰਾਜੇ ਤੋਂ ਬਹੁਤ ਸਾਰਾ ਇਨਾਮ ਲਵਾਂਗੀਆਂ, ਸੌਦਾਗਰ ਦੀ ਪਤਨੀ ਨੂੰ ਅਸੀਂ ਨਾਲ ਹੀ ਲੈ ਜਾਣਾ ਹੈ। ਥੋੜ੍ਹੀ ਦੇਰ ਬਾਅਦ ਉਹ ਸੋ ਗਈਆਂ। ਸੌਦਾਗਰ ਦੀ ਪਤਨੀ ਨੇ ਉਹਨਾਂ ਨੂੰ ਮੰਜੇ ਨਾਲ ਬੰਨ੍ਹ ਕੇ ਅੰਦਰਲੇ ਕੋਠੇ ਵਿੱਚ ਬੰਦ ਕਰ ਦਿੱਤਾ। ਉੱਥੇ ਉਹ ਫੱਫੇ ਕੁੱਟਣੀਆਂ ਨੂੰ ਭੰਗ ਦੇ ਪਕੌੜੇ ਖਵਾਉਂਦੀ ਜਾਂਦੀ ਹੈ ਅਤੇ ਉਹ ਸਾਰਾ ਦਿਨ ਘੂਕ ਸੁੱਤੀਆਂ ਰਹਿੰਦੀਆਂ। ਅਤੇ ਜਦੋਂ ਕਈ ਦਿਨ ਮਗਰੋਂ ਫੱਫੇ ਕੁੱਟਣੀਆਂ ਵਾਪਸ ਨਾ ਪਰਤੀਆਂ ਤਾਂ ਰਾਜੇ ਨੇ 2 ਠੱਗ ਮੰਗਵਾਏ। ਉਹਨਾਂ ਨੂੰ ਸਾਰੀ ਗੱਲ ਦੱਸੀ
ਠੱਗਾਂ ਨੇ ਕਿਹਾ ਕਿ ਲੋ, ਉਸ ਔਰਤ ਨੂੰ ਇੱਥੇ ਲਿਆਉਣਾ ਕਿਹੜੀ ਬੜੀ ਔਖੀ ਗੱਲ ਹੈ, ਸਾਡੇ ਅੱਗੇ ਤਾਂ ਵੱਡੇ ਵੱਡੇ ਪਾਣੀ ਭਰਦੇ ਹਨ। ਉਹ ਦੋਵੇਂ ਠੱਗ ਸੁਦਾਗਰ ਦਾ ਭੇਸ ਧਾਰ ਕੇ ਸੁਦਾਗਰ ਦੀ ਪਤਨੀ ਦੇ ਕੋਲ ਪਹੁੰਚੇ। ਉਹਨਾਂ ਨੇ ਜਾ ਕੇ ਸੁਦਾਗਰ ਦੀ ਪਤਨੀ ਨੂੰ ਕਿਹਾ ਕਿ ਉਸ ਦਾ ਪਤੀ ਬਿਮਾਰ ਹੈ ਤੇ ਉਹ ਉਸ ਨੂੰ ਮਿਲਣਾ ਚਾਹੁੰਦਾ ਹੈ। ਤੇ ਸੁਦਾਗਰ ਦੀ ਪਤਨੀ ਉਸੇ ਵੇਲੇ ਅੰਦਰ ਗਈ ਅਤੇ ਸੰਦੂਕੜੀ ਵਿੱਚੋਂ ਛੁਰੀ ਕੱਢ ਕੇ ਵੇਖਣ ਲੱਗੀ। ਛੁਰੀ ਪੂਰੀ ਤਰ੍ਹਾਂ ਚਮਕ ਰਹੀ ਸੀ। ਉਹ ਤਾੜ ਗਈ ਕਿ ਇਹ ਬੰਦੇ ਜਿਹੜੇ ਨੇ ਇਹ ਵੀ ਠੱਗ ਹੀ ਹੋ ਸਕਦੇ ਨੇ। ਉਸਨੇ ਬਾਹਰ ਆ ਕੇ ਠੱਗਾਂ ਨੂੰ ਕਿਹਾ, ਤੁਸੀਂ ਥੱਕੇ ਹੋਏ ਹੋ, ਤੁਸੀਂ ਕੁਝ ਖਾ ਪੀ ਲਿਓ, ਨਾਲੇ ਮੈਂ ਤਿਆਰ ਹੋ ਜਾਂਦੀ ਹਾਂ। ਉਸਨੇ ਠੱਗਾਂ ਨੂੰ ਵੀ ਖਾਣੇ ਨਾਲ ਭੰਗ ਦੇ ਪਕੌੜੇ ਖਵਾ ਦਿੱਤੇ। ਠੱਗ ਪਕੌੜੇ ਖਾ ਕੇ ਊਲ ਜਲੂਲ ਬੋਲਣ ਲੱਗ ਪਏ। ਸੁਦਾਗਰ ਦੀ ਪਤਨੀ ਨੇ ਉਹਨਾਂ ਨੂੰ ਦੂਸਰੀ ਕੋਠੜੀ ਦੇ ਵਿੱਚ ਬੰਦ ਕਰ ਦਿੱਤਾ। ਇਸ ਤਰ੍ਹਾਂ ਕਈ ਦਿਨ ਲੰਘ ਕੇ ਰਾਜੇ ਨੇ ਵਜ਼ੀਰ ਨੂੰ ਬੁਲਾ ਕੇ ਕਿਹਾ ਕਿ ਜਾਪਦਾ ਠੱਗ ਵੀ ਆਪਣਾ ਜਿਹੜਾ ਮੰਤਵ ਸੀਗਾ, ਉਦੇਸ਼ ਸੀਗਾ, ਉਹਦੇ ਵਿੱਚ ਕਾਮਯਾਬ ਨਹੀਂ ਹੋਏ। ਹੁਣ ਸਾਨੂੰ ਆਪਾਂ ਇਕੱਠੇ ਦੋਵੇਂ ਚੱਲਦੇ ਹਾਂ। ਤੇ ਤਦ ਰਾਜਾ ਅਤੇ ਵਜ਼ੀਰ ਸੁਦਾਗਰ ਦੀ ਪਤਨੀ ਦੇ ਬੂਹੇ ਤੇ ਪਹੁੰਚ ਗਏ। ਉਹਨਾਂ ਨੇ ਦਰਵਾਜ਼ਾ ਖਟਖਟਾਇਆ। ਸੁਦਾਗਰ ਦੀ ਪਤਨੀ ਬਾਹਰ ਆਈ। ਵਜ਼ੀਰ ਨੇ ਕਿਹਾ ਕਿ ਉਹਨਾਂ ਨੇ ਸੁਦਾਗਰ ਦੀ ਪਤਨੀ ਨੂੰ ਮਿਲਣਾ ਹੈ। ਸੁਦਾਗਰ ਦੀ ਪਤਨੀ ਕੁਝ ਸੋਚ ਕੇ ਕਹਿਣ ਲੱਗੀ, ਮੈਂ ਤਾਂ ਉਹਨਾਂ ਦੀ ਦਾਸੀ ਹਾਂ, ਤੁਸੀਂ ਪਹਿਲਾਂ ਬੈਠੋ ਅਤੇ ਭੋਜਨ ਛਕੋ, ਫਿਰ ਤੁਸੀਂ ਮਾਲਕਣ ਨੂੰ ਮਿਲ ਲੈਣਾ। ਇਸ ਪਿੱਛੋਂ ਉਹ ਉਹਨਾਂ ਨੂੰ ਰੋਟੀ ਖਵਾਉਣ ਲੱਗੀ। ਜਦੋਂ ਉਹ ਪਾਣੀ, ਸਬਜ਼ੀ ਜਾਂ ਰੋਟੀ ਲੈ ਕੇ ਆਉਂਦੀ ਤਾਂ ਭੇਸ ਵਟਾ ਕੇ ਆਉਂਦੀ। ਰਾਜਾ ਤੇ ਵਜ਼ੀਰ ਇਹੀ ਸਮਝ ਗਏ ਕਿ ਇਹ ਸੁਦਾਗਰ ਦੀ ਪਤਨੀ ਦੀਆਂ ਵੱਖ-ਵੱਖ ਦਾਸੀਆਂ ਹਨ ਅਤੇ ਇਹਨਾਂ ਦੀਆਂ ਸ਼ਕਲਾਂ ਆਪੋ ਵਿੱਚ ਮਿਲਦੀਆਂ ਹਨ। ਜਦੋਂ ਸੁਦਾਗਰ ਦੀ ਪਤਨੀ ਦਾਸੀ ਦੇ ਰੂਪ ਵਿੱਚ ਤੀਜੀ ਵਾਰੀ ਆਈ ਤਾਂ ਵਜ਼ੀਰ ਨੇ ਪੁੱਛ ਹੀ ਲਿਆ, ਤੁਹਾਡੀਆਂ ਸਾਰਿਆਂ ਦੀਆਂ ਸ਼ਕਲਾਂ ਬਹੁਤ ਮਿਲਦੀਆਂ ਹਨ। ਸੁਦਾਗਰ ਦੀ ਪਤਨੀ ਕਹਿਣ ਲੱਗੀ ਕਿ ਅਸੀਂ ਤਿੰਨੇ ਭੈਣਾਂ ਸੁਦਾਗਰ ਦੀ ਪਤਨੀ ਦੀਆਂ ਦਾਸੀਆਂ ਹਾਂ। ਵਜ਼ੀਰ ਕਹਿਣ ਲੱਗਾ, ਜੇ ਤੂੰ ਸਾਡਾ ਇੱਕ ਕੰਮ ਕਰਾ ਦੇਵੇ ਤਾਂ ਤੈਨੂੰ ਬਹੁਤ ਸਾਰਾ ਇਨਾਮ ਦੇਵਾਂਗੇ। ਉੱਤੋਂ ਖੁਸ਼ ਲੱਗਦੀ ਸੁਦਾਗਰ ਦੀ ਪਤਨੀ ਨੇ ਕਿਹਾ, ਹੁਕਮ ਕਰੋ। ਰਾਜੇ ਨੇ ਕਿਹਾ, ਮੈਂ ਸੁਦਾਗਰ ਦੀ ਪਤਨੀ ਨੂੰ ਆਪਣੇ ਮਹਿਲਾਂ ਵਿੱਚ ਲੈ ਜਾਣਾ ਚਾਹੁੰਦਾ ਹਾਂ। ਦਾਸੀ ਦੇ ਰੂਪ ਵਿੱਚ ਸੁਦਾਗਰ ਦੀ ਪਤਨੀ ਕਹਿਣ ਲੱਗੀ, ਇਹ ਕੋਈ ਮੁਸ਼ਕਿਲ ਗੱਲ ਥੋੜ੍ਹੀ ਹੈ। ਤੁਸੀਂ ਇੱਕ ਵੱਡਾ ਸਾਰਾ ਡੋਲਾ ਤਿਆਰ ਕਰੋ ਜਿਸ ਵਿੱਚ ਸਾਡੀ ਮਾਲਕਣ ਅਤੇ ਤਿੰਨੇ ਗੋਲੀਆਂ ਬੈਠ ਸਕੀਏ, ਪਰ ਸ਼ਰਤ ਇਹ ਹੈ ਕਿ ਤੁਸੀਂ ਰਾਹ ਵਿੱਚ ਡੋਲਾ ਨਾ ਰੋਕਣਾ, ਨਾ ਹੀ ਸਾਡੀ ਮਾਲਕਣ ਨੂੰ ਬੁਲਾਉਣਾ ਤੇ ਡੋਲਾ ਮਹਿਲਾਂ ਵਿੱਚ ਜਾ ਕੇ ਹੀ ਖੋਲ੍ਹਣਾ। ਮੈਂ ਸੁਦਾਗਰ ਦੀ ਪਤਨੀ ਨੂੰ ਕਿਵੇਂ ਨਾ ਕਿਵੇਂ ਤਿਆਰ ਕਰਦੀ ਹਾਂ। ਇਹ ਕਹਿ ਕੇ ਅੰਦਰ ਚਲੀ ਗਈ। ਵਜ਼ੀਰ ਨੇ ਡੋਲਾ ਤਿਆਰ ਕਰਵਾ ਕੇ ਲੈ ਆਂਦਾ। ਦਾਸੀ ਬਣੀ ਸੁਦਾਗਰ ਦੀ ਪਤਨੀ ਨੇ ਕਿਹਾ ਕਿ ਡੋਲਾ ਵਿਹੜੇ ਵਿੱਚ ਰਖਵਾ ਦਿਓ ਤੇ ਅਸੀਂ ਡੋਲੇ ਵਿੱਚ ਬੈਠਣ ਲੱਗੀਆਂ ਹਾਂ। ਉਸਨੇ ਦੋਹਾਂ ਫੱਫੇ ਕੁੱਟਣੀਆਂ ਅਤੇ ਠੱਗਾਂ ਨੂੰ ਭੰਗ ਦੇ ਨਸ਼ੇ ਨਾਲ ਬੇਹੋਸ਼ ਕਰਕੇ ਉਹਨਾਂ ਦੇ ਸਿਰ ਮੂੰਹ ਬੰਨ੍ਹ ਕੇ ਉਸ ਡੋਲੇ ਦੇ ਵਿੱਚ ਪਾ ਦਿੱਤਾ। ਤੇ ਸੁਦਾਗਰ ਦੀ ਪਤਨੀ ਨੇ ਬਾਹਰ ਆ ਕੇ ਕਿਹਾ ਵਜ਼ੀਰ ਨੂੰ ਕਿ ਅਸੀਂ ਸਾਰੀਆਂ ਡੋਲੇ ਵਿੱਚ ਬੈਠਣ ਲੱਗੀਆਂ ਹਾਂ, ਤੁਸੀਂ ਹੁਣ ਆਪਣੇ ਜਿਹੜੇ ਹੈ ਡੋਲਾ ਚੱਕਣ ਵਾਲੇ ਕੁਹਾਰ ਉਹਨਾਂ ਨੂੰ ਬੁਲਾ ਲਓ। ਉਹ ਆਪ ਮੁੜ ਆਪਣੇ ਕਮਰੇ ਵਿੱਚ ਚਲੀ ਗਈ। ਰਾਜਾ ਅਤੇ ਵਜ਼ੀਰ ਬੜੇ ਖੁਸ਼ ਸਨ। ਉਹ ਕਾਹਲੀ ਕਾਹਲੀ ਡੋਲੇ ਨੂੰ ਲੈ ਕੇ ਮਹਿਲਾਂ ਵਿੱਚ ਆ ਗਏ। ਜਦੋਂ ਉਹਨਾਂ ਨੇ ਡੋਲਾ ਖੋਲ੍ਹਿਆ ਤਾਂ ਉਹ ਹੱਥ ਮਲਦੇ ਰਹਿ ਗਏ। ਡੋਲੇ ਵਿੱਚ ਤਾਂ ਫੱਫੇ ਕੁੱਟਣੀਆਂ ਤੇ ਠੱਗ ਸਨ। ਰਾਜੇ ਨੂੰ ਬੜਾ ਗੁੱਸਾ ਆਇਆ, ਪਰ ਉਹ ਕੀ ਕਰ ਸਕਦਾ ਸੀ। ਅਖੀਰ ਵਜ਼ੀਰ ਨੇ ਇੱਕ ਹੋਰ ਚਾਲ ਚੱਲੀ। ਉਸਨੇ ਰਾਜੇ ਨਾਲ ਸਲਾਹ ਕਰਕੇ ਸੁਦਾਗਰ ਨੂੰ ਬੁਲਾਇਆ ਤੇ ਕਿਹਾ, ਰਾਜਾ ਤੈਥੋਂ ਬਹੁਤ ਖੁਸ਼ ਹੈ, ਉਹ ਤੈਨੂੰ ਆਪਣਾ ਮੰਤਰੀ ਬਣਾਉਣਾ ਚਾਹੁੰਦਾ ਹੈ। ਸੁਦਾਗਰ ਬੜਾ ਪ੍ਰਸੰਨ ਹੋਇਆ। ਤਦ ਵਜ਼ੀਰ ਨੇ ਸੁਦਾਗਰ ਨੂੰ ਕਿਹਾ, ਮੰਤਰੀ ਬਣ ਕੇ ਤੂੰ ਹੁਣ ਇੱਥੇ ਹੀ ਰਹਿਣਾ ਹੈ, ਇਸ ਲਈ ਤੂੰ ਆਪਣੀ ਪਤਨੀ ਨੂੰ ਵੀ ਇੱਥੇ ਹੀ ਲੈ ਆ। ਸੁਦਾਗਰ ਉਸੇ ਵੇਲੇ ਆਪਣੀ ਪਤਨੀ ਕੋਲ ਗਿਆ ਤੇ ਉਸਨੇ ਆਪਣੀ ਪਤਨੀ ਨੂੰ ਆਪਣੇ ਮੰਤਰੀ ਬਣਨ ਦੀ ਗੱਲ ਦੱਸੀ। ਨਾਲ ਹੀ ਰਾਜਧਾਨੀ ਵਿੱਚ ਜਾ ਕੇ ਰਹਿਣ ਦੀ ਗੱਲ ਵੀ ਕੀਤੀ। ਉਸਦੀ ਪਤਨੀ ਨੇ ਕਿਹਾ ਕਿ ਇਸ ਵਿੱਚ ਵੀ ਰਾਜੇ ਦੀ ਕੋਈ ਚਾਲ ਹੈ, ਪਰ ਸੁਦਾਗਰ ਦੇ ਸਿਰ ਤੇ ਮੰਤਰੀ ਬਣਨ ਦਾ ਭੂਤ ਸਵਾਰ ਸੀ। ਉਸਨੇ ਆਪਣੀ ਪਤਨੀ ਦੀ ਇੱਕ ਨਾ ਮੰਨੀ ਤੇ ਉਹ ਉਸ ਨੂੰ ਲੈ ਕੇ ਰਾਜੇ ਦੇ ਸ਼ਹਿਰ ਆ ਗਿਆ। ਰਾਜੇ ਨੇ ਸੁਦਾਗਰ ਨੂੰ ਮਹਿਲਾਂ ਦੇ ਨੇੜੇ ਹੀ ਇੱਕ ਹਵੇਲੀ ਦੇ ਦਿੱਤੀ ਤੇ ਸੁਦਾਗਰ ਅਤੇ ਉਸਦੀ ਪਤਨੀ ਉੱਥੇ ਰਹਿਣ ਲੱਗੇ। ਕੁਝ ਦਿਨ ਹੀ ਬੀਤੇ ਸਨ ਕਿ ਰਾਜੇ ਨੇ ਵਜ਼ੀਰ ਨੂੰ ਕਿਹਾ ਕਿ ਉਹ ਸੁਦਾਗਰ ਦੀ ਪਤਨੀ ਨੂੰ ਮਿਲਣ ਦੀ ਕੋਈ ਤਰਕੀਬ ਜਾਂ ਵਿਧ ਬਣਾਵੇ। ਵਜ਼ੀਰ ਨੇ ਸੁਦਾਗਰ ਨੂੰ ਬੁਲਾ ਕੇ ਕਿਹਾ ਕਿ ਰਾਜੇ ਨੂੰ ਇੱਕ ਚੀਜ਼ ਜਿਸ ਦਾ ਨਾਂ ਕੁਝ ਹੈ ਦੀ ਸਖਤ ਲੋੜ ਹੈ, ਉਹ ਉਸ ਚੀਜ਼ ਨੂੰ ਕਿਤੋਂ ਲੈ ਕੇ ਆਵੇ। ਸੁਦਾਗਰ ਬੜੇ ਭਰੋਸੇ ਨਾਲ ਕਹਿਣ ਲੱਗਿਆ ਕਿ ਛੇਤੀ ਹੀ ਇਹ ਵਸਤੂ ਵੀ ਲੈ ਆਵਾਂਗਾ, ਪਰ ਅਸਲ ਵਿੱਚ ਉਸਨੂੰ ਇਸ ਵਸਤੂ ਦੀ ਕੋਈ ਸਮਝ ਨਹੀਂ ਸੀ ਪਈ। ਉਸਨੇ ਘਰ ਆ ਕੇ ਆਪਣੀ ਪਤਨੀ ਨਾਲ ਗੱਲ ਕੀਤੀ। ਪਤਨੀ ਸਮਝ ਗਈ ਕਿ ਰਾਜੇ ਨੇ ਸੁਦਾਗਰ ਨੂੰ ਕਿਤੇ ਭੇਜਣ ਦੀ ਚਾਲ ਚੱਲੀ ਹੈ। ਉਸਨੇ ਆਪਣੇ ਪਤੀ ਨੂੰ ਕਿਹਾ ਕਿ ਇਸ ਵਸਤੂ ਦਾ ਤਾਂ ਉਸਨੂੰ ਪਤਾ ਹੈ, ਇਸ ਲਈ ਉਹ ਫਿਕਰ ਨਾ ਕਰੇ। ਉਸਨੇ ਆਪਣੇ ਪਤੀ ਨਾਲ ਮਿਲ ਕੇ ਟੋਏ ਪੁੱਟੇ। ਇੱਕ ਟੋਏ ਵਿੱਚ ਗੁੜ ਦਾ ਸੀਰਾ ਭਰ ਦਿੱਤਾ ਤੇ ਦੂਜੇ ਟੋਏ ਵਿੱਚ ਪੰਛੀਆਂ ਦੇ ਖੰਭ ਅਤੇ ਰੂੰ ਆਦਿ ਭਰ ਦਿੱਤੇ। ਫਿਰ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਹੁਣ ਤੁਸੀਂ ਬਾਹਰ ਸਭ ਨੂੰ ਦੱਸ ਦੇਵੋ ਕਿ ਤੁਸੀਂ ਕਿਸੇ ਹੋਰ ਦੇਸ਼ ਕੁਝ ਲੈਣ ਵਾਸਤੇ ਜਾ ਰਹੇ ਹੋ ਤੇ ਦਿਨ ਭਰ ਤੁਸੀਂ ਬਾਹਰ ਜੰਗਲ ਵਿੱਚ ਰਹਿ ਲਿਆ ਕਰਨਾ ਤੇ ਰਾਤੀ ਆ ਕੇ ਇੱਥੇ ਸੋ ਜਾਇਆ ਕਰਨਾ।
ਪਹਿਲੇ ਹੀ ਦਿਨ ਰਾਜੇ ਨੂੰ ਨੌਕਰਾਂ ਚਾਕਰਾਂ ਤੋਂ ਪਤਾ ਲੱਗ ਗਿਆ ਕਿ ਸੁਦਾਗਰ ਕਿਸੇ ਦੇਸ਼ ਲਈ ਰਵਾਨਾ ਹੋ ਗਿਆ ਹੈ। ਰਾਤੀ ਰਾਜਾ ਸੁਦਾਗਰ ਦੇ ਘਰ ਜਾ ਪਹੁੰਚਾ ਤੇ ਉਸ ਦੀ ਪਤਨੀ ਨੂੰ ਕਹਿਣ ਲੱਗਾ ਕਿ ਉਸ ਦੀ ਸੁੱਖ ਸਾਂਦ ਪੁੱਛਣ ਆਇਆ ਹੈ। ਸੁਦਾਗਰ ਦੀ ਪਤਨੀ ਨੇ ਉੱਪਰੋਂ ਬੜੀ ਖੁਸ਼ੀ ਜ਼ਾਹਰ ਕੀਤੀ। ਉਹ ਰਾਜੇ ਨੂੰ ਪਾਣੀ ਆਦਿ ਪਿਆਉਣ ਲੱਗੀ। ਇੰਨੇ ਨੂੰ ਸੁਦਾਗਰ ਦੇ ਜਿਹੜਾ ਸੁਦਾਗਰ ਸੀਗਾ ਉਸਨੇ ਆ ਕੇ ਦਰਵਾਜ਼ਾ ਖਟਖਟਾਇਆ। ਸੁਦਾਗਰ ਦੀ ਪਤਨੀ ਨੇ ਪੁੱਛਿਆ ਕਿ ਉਹ ਵਾਪਸ ਕਿਉਂ ਆ ਗਏ? ਤਾਂ ਉਸਨੇ ਕਿਹਾ ਕਿ ਉਹ ਆਪਣੀ ਤਲਵਾਰ ਘਰ ਭੁੱਲ ਗਿਆ ਸੀ। ਤਦ ਸੁਦਾਗਰ ਦੀ ਪਤਨੀ ਦਰਵਾਜ਼ਾ ਖੋਲ੍ਹਣ ਲੱਗੀ। ਤਦ ਰਾਜੇ ਨੇ ਕਿਹਾ ਕਿ ਮੈਨੂੰ ਕਿਤੇ ਛੁਪਾ ਦੇ, ਨਹੀਂ ਤਾਂ ਮੇਰੀ ਬੜੀ ਬਦਨਾਮੀ ਹੋਵੇਗੀ। ਸੁਦਾਗਰ ਦੀ ਪਤਨੀ ਨੇ ਉਸ ਨੂੰ ਸੀਰਾ ਹੁੰਦਾ ਕਿ ਗੁੜਜੇ ਦਾ ਬਣਿਆ ਹੁੰਦਾ ਪਤਲਾ ਜਿਹਾ, ਸੀਰੇ ਵਾਲੇ ਟੋਏ ਦੇ ਵਿੱਚ ਛੁਪਣ ਦੇ ਲਈ ਕਹਿ ਦਿੱਤਾ। ਤੇ ਜਦੋਂ ਸੀਰੇ ਵਾਲੇ ਟੋਏ ਦੇ ਵਿੱਚ ਛੁਪਿਆ ਜਿਹੜਾ ਰਾਜਾ ਸੀ ਤਾਂ ਸੀਰਾ ਉਸਦੇ ਸਰੀਰ ਨੂੰ ਚਿੰਬੜ ਗਿਆ ਤੇ ਉਹ ਘਬਰਾ ਕੇ ਬਾਹਰ ਆ ਗਿਆ। ਸੁਦਾਗਰ ਦੀ ਪਤਨੀ ਨੇ ਫਿਰ ਉਸ ਨੂੰ ਖੰਭਾਂ ਵਾਲੇ ਟੋਏ ਦੇ ਵਿੱਚ ਧੱਕ ਦਿੱਤਾ। ਨਾਲ ਹੀ ਉਸਨੇ ਦਰਵਾਜ਼ਾ ਖੋਲ੍ਹ ਦਿੱਤਾ। ਸੁਦਾਗਰ ਨੂੰ ਉਸ ਦੀ ਪਤਨੀ ਨੇ ਦੱਸਿਆ ਕਿ ਹੁਣ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ, ਮੈਂ ਕੁਝ ਫੜ ਲਿਆ ਹੈ। ਦੋਹਾਂ ਨੇ ਖੰਭਾਂ ਵਾਲੇ ਟੋਏ ਵਿੱਚੋਂ ਰਾਜੇ ਨੂੰ ਬਾਹਰ ਕੱਢਿਆ। ਰਾਜੇ ਦੇ ਸਾਰੇ ਸਰੀਰ ਤੇ ਖੰਭ ਚੰਬੜ ਗਏ ਸਨ। ਉਸ ਨੂੰ ਪਛਾਣਨਾ ਔਖਾ ਹੋ ਗਿਆ ਸੀ ਤੇ ਸੁਦਾਗਰ ਨੇ ਵੀ ਉਸ ਨੂੰ ਨਾ ਪਛਾਣਿਆ। ਰਾਜਾ ਡਰ ਡਰ ਗਿਆ ਤੇ ਉਹ ਡਰ ਦੇ ਮਾਰੇ ਕੁਝ ਵੀ ਨਾ ਬੋਲ ਸਕਿਆ। ਸੁਦਾਗਰ ਦੀ ਪਤਨੀ ਜਿਹੜੀ ਸੀਗੀ ਉਹਨੇ ਰਾਜੇ ਦੇ ਗਲ ਵਿੱਚ ਰੱਸਾ ਪਾ ਕੇ ਕਿਹਾ ਕਿ ਇਸ ਨੂੰ ਵਜ਼ੀਰ ਦੇ ਹਵਾਲੇ ਕਰ ਆਓ। ਸੁਦਾਗਰ ਰਾਜੇ ਨੂੰ ਵਜ਼ੀਰ ਕੋਲ ਲੈ ਗਿਆ। ਸੁਦਾਗਰ ਘਰ ਆ ਗਿਆ ਤਾਂ ਰਾਜਾ ਉੱਚੀ ਉੱਚੀ ਰੋਣ ਲੱਗ ਪਿਆ। ਵਜ਼ੀਰ ਨੇ ਰਾਜੇ ਨੂੰ ਪਛਾਣ ਲਿਆ ਸੀ। ਦੋਹਾਂ ਨੇ ਸੁਦਾਗਰ ਦੀ ਪਤਨੀ ਤੋਂ ਤੋਬਾ ਕੀਤੀ। ਦੂਜੇ ਦਿਨ ਸਵੇਰੇ ਦਰਬਾਰ ਵਿੱਚ ਸੁਦਾਗਰ ਨੇ ਜਾ ਕੇ ਰਾਜੇ ਨੂੰ ਦੱਸਿਆ ਕਿ ਉਸਨੇ ਕੁਝ ਵਜ਼ੀਰ ਨੂੰ ਸੌਂਪ ਦਿੱਤਾ ਸੀ। ਰਾਜੇ ਨੇ ਕਿਹਾ ਕਿ ਉਸਨੇ ਉਹ ਕੁਝ ਵੇਖ ਲਿਆ ਹੈ। ਉਸਨੇ ਸੁਦਾਗਰ ਨੂੰ ਬਹੁਤ ਸਾਰਾ ਧਨ ਦਿੱਤਾ। ਤਦ ਸੁਦਾਗਰ ਨੇ ਰਾਜੇ ਨੂੰ ਕਿਹਾ, ਮਹਾਰਾਜਾ ਕਦੀ ਸਾਡੇ ਘਰ ਚਰਨ ਪਾਓ। ਰਾਜੇ ਦੀ ਥਾਂ ਤੇ ਵਜ਼ੀਰ ਨੇ ਉੱਤਰ ਦਿੱਤਾ, ਰਾਜਾ ਸਾਹਿਬ ਨੇ ਤਾਂ ਕਿਸੇ ਦੇ ਵੀ ਘਰ ਨਾ ਜਾਣ ਦੀ ਕਸਮ ਖਾਧੀ ਹੋਈ ਹੈ। ਤੇ ਇਸ ਤਰ੍ਹਾਂ ਉਹਨਾਂ ਨੇ ਜਿਹੜੀ ਹੈ ਸੁਦਾਗਰ ਦੀ ਪਤਨੀ ਦੀ ਹੁਸ਼ਿਆਰੀ, ਉਸਦੀ ਸਮਝਦਾਰੀ ਤੋਂ ਤੋਬਾ ਕੀਤੀ ਅਤੇ ਕਦੇ ਵੀ ਇੱਦਾਂ ਦਾ ਕੰਮ ਕਰਨ ਤੋਂ ਕਸਮ ਹੀ ਖਾ ਲਈ। ਤੇ ਇਹ ਸੀਗੀ ਸਾਡੀ ਪਰੀ ਕਥਾ ਨੀਲ ਕਮਲ। ਤੇ ਮੇਰੇ ਚੈਨਲ ਦੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ।